ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਸਿਰਲੇਖ ਸੇਵਾ, ਸਹਿਯੋਗ ਅਤੇ ਸਹਾਇਤਾ। ਜਦੋਂ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਤਾਂ ਇਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਤੁਸੀਂ ਆਪ ਸਫਲ ਹੋ ਚੁੱਕੇ ਹੋ। ਭਰੇ ਹੋਏ ਹੀ ਡੁੱਲਦੇ ਹਨ। ਆਪਣੇ ਆਪ ਨਾਲ ਸੰਤੁਸ਼ਟ, ਪ੍ਰਸੰਨ ਅਤੇ ਹਮਦਰਦ ਵਿਅਕਤੀ ਹੀ ਦੂਜਿਆਂ ਲਈ ਦਿਆਲੂ, ਕਿਰਪਾਲੂ ਹੋ ਸਕਦਾ ਹੈ। ਅੰਤ ਨੂੰ ਹਰ ਵਿਅਕਤੀ ਨੇ ਆਪਣਾ ਕੰਮ ਆਪ ਕਰਨਾ ਹੁੰਦਾ ਹੈ। ਸੋ ਤੁਹਾਡਾ ਵਿਕਾਸ, ਸਫਲਤਾ ਅਤੇ ਖੁਸ਼ਹਾਲੀ ਤੁਹਾਡੀ ਜ਼ਿੰਮੇਵਾਰੀ ਹੈ। ਦੂਜੇ ਸਹਿਯੋਗੀ ਅਤੇ ਸਹਾਇਕ ਹੋ ਸਕਦੇ ਹਨ, ਪਰ ਜ਼ਿੰਮੇਵਾਰੀ ਤੁਹਾਡੀ ਹੀ ਰਹੇਗੀ। ਸੇਵਾ, ਸਹਿਯੋਗ ਅਤੇ ਸਹਾਇਤਾ ਸਭ ਆਰਜੀ ਸਥਿਤੀਆਂ ਹਨ। ਕਿਸੇ ਕੋਲ ਵੀ ਅਥਾਹ ਸੋਮੇ ਜਾਂ ਅਮੁੱਕ ਸਾਧਨ ਨਹੀਂ ਹੁੰਦੇ। ਇਸੇ ਕਰਕੇ ਸਾਨੂੰ ਸੋਚਣਾ ਪੈਂਦਾ ਹੈ। ਸੋਚ ਅਕਸਰ ਥੁੜ ਨਾਲ ਸੰਬੰਧਿਤ ਹੁੰਦੀ ਹੈ। ਜਿਸ ਚੀਜ਼ ਦੀ ਥੁੜ ਨਹੀਂ ਹੁੰਦੀ ਉਸ ਬਾਰੇ ਅਸੀਂ ਸੋਚਦੇ ਵੀ ਨਹੀਂ। ਮਦਦ ਦੀ ਲੋੜ ਇਸ ਕਰਕੇ ਵੀ ਪੈਂਦੀ ਹੈ ਕਿਉਂਕਿ ਜੀਵਨ ਨਿਆਂਪੂਰਨ ਨਹੀਂ ਹੈ। ਸਰਦਿਆਂ ਪੁੱਜਦਿਆਂ ਦੇ ਡਾਢੇ ਔਖੇ ਕੰਮ ਵੀ ਆਪੇ ਹੋ ਜਾਂਦੇ ਹਨ, ਜਦੋਂ ਕਿ ਨਿਆਸਰਿਆਂ ਅਤੇ ਨਿਉਟਿਆਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਵੀ ਘੁੰਮਣ ਘੇਰੀ ਵਿੱਚ ਉਲਝ ਜਾਂਦੀਆਂ ਹਨ। ਲਛਮਣ ਗੁਆਚ ਜਾਣ ਕਰਕੇ ਕਈ ਅਜੋਕੇ ਰਾਮ ਇਕੱਲੇ ਭਟਕ ਰਹੇ ਹਨ ਅਤੇ ਆਪਣੇ ਆਪਣੇ ਹਨੂਮਾਨ ਨੂੰ ਲੱਭ ਰਹੇ ਹਨ। ਮਦਦ ਦਾ ਮਿਲਣਾ ਉਵੇਂ ਹੀ ਹੈ ਜਿਵੇਂ ਸਾਵਣ ਮਹੀਨੇ ਦੇ ਬਰਸਾਤੀ ਅਤੇ ਸਲਾਬੇ ਹਨੇਰੇ ਵਿੱਚ ਜਾਂ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੀ ਸੁੰਨ ਵਿੱਚ ਅਸੀਂ ਰਾਹ ਭੁੱਲ ਜਾਈਏ ਅਤੇ ਕੋਈ ਸਾਨੂੰ ਸਾਡਾ ਨਾਂ ਲੈ ਕੇ ਬੁਲਾਵੇ। ਗਰੀਬੀ ਵਿੱਚ ਘਿਰੇ, ਬਿਮਾਰੀ ਨਾਲ ਗਰਸੇ ਜਾਂ ਉਦਾਸੀ ਵਿੱਚ ਡੁੱਬੇ ਵਿਅਕਤੀ ਕੋਲ ਇਤਨੀ ਹਿੰਮਤ ਨਹੀਂ ਹੁੰਦੀ ਕਿ ਉਹ ਕੇਵਲ ਆਪਣੇ ਯਤਨਾਂ ਅਤੇ ਸਾਧਨਾਂ ਨਾਲ ਹੀ ਆਪਣੀ ਮੁਸ਼ਕਿਲ ਹੱਲ ਕਰ ਸਕੇ ਅਤੇ ਵਿਗੜੀ ਸਥਿਤੀ ਉੱਤੇ ਇਕੱਲਿਆਂ ਹੀ ਕਾਬੂ ਪਾ ਸਕੇ। ਜਿਨ੍ਹਾਂ ਦੇ ਖੇਤ ਅਤੇ ਘਰ ਇੱਕੋ ਵੇਲੇ ਉੱਜੜਦੇ ਹਨ, ਜਿਹੜੇ ਭੂਚਾਲ, ਤੂਫਾਨ ਅਤੇ ਹੜ੍ਹ ਦਾ ਸ਼ਿਕਾਰ ਹੁੰਦੇ ਹਨ, ਜੇ ਉਹਨਾਂ ਦੀ ਬਾਂਹ ਨਾ ਫੜੀ ਜਾਵੇ ਤਾਂ ਉਹ ਜ਼ਿੰਦਗੀ ਵਿੱਚੋਂ ਖਾਰਜ ਹੋ ਜਾਂਦੇ ਹਨ, ਪਰ ਮਦਦ ਨਾਲ ਉਹਨਾਂ ਨੂੰ ਮੁੜ ਜੀਵਨ ਦੀ ਲੀਹ ਉੱਤੇ ਵਾਪਸ ਲਿਆਂਦਾ ਜਾ ਸਕਦਾ ਹੈ। ਸਹਾਇਤਾ ਨਾਲ ਅਸੀਂ ਡੁੱਬ ਰਹਿਆਂ ਨੂੰ ਨਦੀ ਪਾਰ ਕਰਨ ਦੀ ਸਹੂਲਤ ਅਤੇ ਹਿੰਮਤ ਪ੍ਰਦਾਨ ਕਰਦੇ ਹਾਂ। ਜੋ ਗੱਲ ਅੱਜ ਉਹਨਾਂ ਨਾਲ ਹੋਈ ਹੈ ਉਹ ਕੱਲ੍ਹ ਸਾਡੇ ਨਾਲ ਵੀ ਵਾਪਰ ਸਕਦੀ ਹੈ। ਇੱਕ ਸਦੀ ਪਹਿਲਾਂ ਮਨੁੱਖ ਕੋਲ ਅੱਜ ਵਰਗੇ ਅਧਿਕਾਰ ਅਤੇ ਸਹੂਲਤਾਂ ਨਹੀਂ ਸਨ। ਉਸ ਕੋਲ ਲੋੜ ਵਾਲੀ ਹਰ ਵਸਤ ਦੀ ਘਾਟ ਸੀ, ਪਰ ਅਨੇਕਾਂ ਘਾਟਾਂ ਦੇ ਬਾਵਜੂਦ ਉਸ ਦਾ ਜੀਵਨ ਭਰਪੂਰ ਅਤੇ ਤਸੱਲੀ ਵਾਲਾ ਸੀ, ਕਿਉਂਕਿ ਉਸ ਨੂੰ ਦੂਜਿਆਂ ਉੱਤੇ ਵਿਸ਼ਵਾਸ ਅਤੇ ਉਹਨਾਂ ਦੀ ਸਹਿਯੋਗੀ ਬਿਰਤੀ ਉੱਤੇ ਭਰੋਸਾ ਸੀ। ਹੁਣ ਇਹ ਦੋਵੇਂ ਗੁਣ ਧੁੰਦਲੇ ਪੈਂਦੇ ਜਾ ਰਹੇ ਹਨ। ਭਾਵੇਂ ਹੁਣ ਹਰ ਚੀਜ਼ ਦੀ ਬਹੁਤਾਤ ਹੈ, ਪਰ ਬਿਰਤੀ ਸਹਿਯੋਗੀ ਹੋਣ ਦੀ ਥਾਂ ਮੁਕਾਬਲੇ ਵਾਲੀ ਹੋ ਗਈ ਹੈ। ਇਸੇ ਕਰਕੇ ਆਧੁਨਿਕ ਮਨੁੱਖ ਅਸ਼ਾਂਤ ਹੈ। ਸ਼ਾਂਤੀ ਤਾਂ ਸੇਵਾ, ਸਹਿਯੋਗ ਅਤੇ ਸਹਾਇਤਾ ਵਿੱਚੋਂ ਹੀ ਮਿਲਣੀ ਹੈ। ਅਭਿਮਾਨ, ਆਡੰਬਰ ਅਤੇ ਵਿਖਾਵੇ ਨੇ ਮਾਨਵੀ ਗੁਣ ਕੁਚਲ ਦਿੱਤੇ ਹਨ। ਸਾਥ ਦੀ ਇਮਾਨਦਾਰੀ, ਮਿਲਵਰਤਨ ਦੀ ਪ੍ਰਸੰਨਤਾ ਅਤੇ ਸਹਿਯੋਗ ਦੀ ਉਦਾਰਤਾ ਲੋਪ ਹੋ ਰਹੀ ਹੈ। ਦਿਆਲੂ ਬੰਦਿਆਂ ਦੇ ਢੰਗ ਤਰੀਕੇ ਹੋਰ ਹੀ ਹੁੰਦੇ ਸਨ, ਕਿਉਂਕਿ ਉਹਨਾਂ ਦੀਆਂ ਮੰਜ਼ਿਲਾਂ ਹੋਰ ਸਨ। ਉਹ ਵਿਸ਼ਾਲ ਨਿਸ਼ਾਨਿਆਂ ਅਤੇ ਭੀੜੇ ਰਸਤਿਆਂ ਵਿੱਚੋਂ ਲੰਘ ਕੇ ਨਹੀਂ ਸਨ ਪਹੁੰਚੇ। ਵੇਖਿਆ ਗਿਆ ਹੈ ਕਿ ਕਈ ਵੱਡੇ ਵੱਡੇ ਬੱਦਲ ਐਵੇਂ ਗਰਜ ਕੇ ਲੰਘ ਜਾਂਦੇ ਹਨ, ਜਦੋਂ ਕਿ ਨਿੱਕੀਆਂ ਨਿੱਕੀਆਂ ਬਦਲੀਆਂ ਥੋੜ੍ਹੀ ਦੇਰ ਵਿੱਚ ਹੀ ਜਲ ਥਲ ਕਰ ਦਿੰਦੀਆਂ ਹਨ। ਅੰਤਰ ਆਕਾਰ ਦਾ ਨਹੀਂ, ਸੇਵਾ ਅਤੇ ਤਿਆਗ ਦਾ ਹੈ। ਸਾਡੇ ਮਾਪੇ, ਆਂਢੀ ਗੁਆਂਢੀ, ਸੰਗੀ ਸਾਥੀ, ਸਹਿਕਰਮੀ, ਮਿੱਤਰ ਪਿਆਰੇ ਆਦਿ ਸਾਰੇ ਸਾਡੀ ਕਾਰਗੁਜ਼ਾਰੀ ਵਿੱਚ ਸਹਾਇਕ ਹੁੰਦੇ ਹਨ। ਇਹਨਾਂ ਦੀਆਂ ਸ਼ੁਭ ਇੱਛਾਵਾਂ ਸਾਨੂੰ ਅੱਗੇ ਲੰਘਾਉਣ ਲਈ ਹੁੰਦੀਆਂ ਹਨ। ਜਦੋਂ ਮਾਂ ਕਹਿੰਦੀ ਹੈ, ਤੁਸੀਂ ਸਾਰੇ ਖਾਓ, ਮੈਂ ਪਰੋਸਦੀ ਹਾਂ, ਤਾਂ ਉਸ ਵਿੱਚ ਸੇਵਾ ਵੀ ਹੁੰਦੀ ਹੈ ਅਤੇ ਤਿਆਗ ਵੀ। ਮੁੱਖ ਤੌਰ ਉੱਤੇ ਸੇਵਾ ਧਾਰਮਿਕ ਸੰਕਲਪ ਹੈ, ਸਹਿਯੋਗ ਰਾਜਨੀਤਿਕ, ਆਰਥਿਕ ਸੰਕਲਪ ਹੈ ਅਤੇ ਸਹਾਇਤਾ ਇੱਕ ਸਮਾਜਿਕ ਸੰਕਲਪ ਹੈ। ਵਖਰੇਵਿਆਂ ਦੇ ਬਾਵਜੂਦ ਇਹਨਾਂ ਵਿੱਚ ਸਾਂਝਾਂ ਹਨ। ਆਮ ਕਰਕੇ ਅਸੀਂ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ, ਬਰਾਬਰ ਦਿਆਂ ਨੂੰ ਸਹਿਯੋਗ ਦਿੰਦੇ ਹਾਂ ਅਤੇ ਹੇਠਲਿਆਂ ਦੀ ਸਹਾਇਤਾ ਕਰਦੇ ਹਾਂ। ਸੇਵਾ, ਸਹਿਯੋਗ ਅਤੇ ਸਹਾਇਤਾ ਇਨਸਾਨੀ ਗੁਣ ਹਨ। ਪੰਛੀਆਂ, ਜਾਨਵਰਾਂ ਵਿੱਚ ਇਹ ਬਿਰਤੀ ਬਲਵਾਨ ਨਹੀਂ ਹੁੰਦੀ। ਧਰਮ ਨੇ ਸੇਵਾ, ਸਹਿਯੋਗ ਅਤੇ ਸਹਾਇਤਾ ਦੇ ਸੰਕਲਪਾਂ ਨੂੰ ਦ੍ਰਿੜ ਕਰਵਾਇਆ ਹੈ। ਇਹਨਾਂ ਕਾਰਜਾਂ ਨਾਲ ਮਨੁੱਖੀ ਮਨ ਵਿੱਚ ਸ਼ਾਂਤੀ ਉਪਜਦੀ ਹੈ। ਧਰਤੀ, ਸੂਰਜ, ਨਦੀ, ਦਰਿਆ ਸਾਰੇ ਸੇਵਾ ਭਾਵਨਾ ਦੇ ਪ੍ਰਤੀਕ ਹਨ। ਜਿਵੇਂ ਨਦੀ ਦੇ ਕੰਢੇ ਪਾਣੀ ਨੂੰ ਵਗਣ ਵਿੱਚ ਸਹਿਯੋਗ ਦਿੰਦੇ ਹਨ, ਇਵੇਂ ਹੀ ਮਦਦ ਕਰਨ ਵਾਲੇ ਸਾਡੇ ਕਿਨਾਰੇ ਬਣ ਜਾਂਦੇ ਹਨ ਤਾਂ ਜੋ ਅਸੀਂ ਵਗਦੇ ਰਹੀਏ। ਨਦੀ ਦੇ ਕੰਢੇ ਪਾਣੀ ਨੂੰ ਅੱਗੇ ਕਰਕੇ ਆਪ ਪਿੱਛੇ ਰਹਿ ਜਾਂਦੇ ਹਨ।
ਵਿਦਿਅਕ ਸੰਸਥਾਵਾਂ, ਸਿਖਲਾਈ ਕੇਂਦਰ ਆਦਿ ਵਿਦਿਆਰਥੀਆਂ ਨੂੰ ਬੰਨ੍ਹ ਕੇ ਨਹੀਂ ਰੱਖਦੇ, ਸਗੋਂ ਕਹਿੰਦੇ ਹਨ, ਆਪਣਾ ਸਮਾਨ ਲੱਭੋ ਅਤੇ ਦੂਜਿਆਂ ਲਈ ਸਹਾਇਕ ਸਿੱਧ ਹੋਵੋ। ਭੋਜਨ, ਪਿਆਰ ਅਤੇ ਸੁਰੱਖਿਆ ਮਨੁੱਖ ਦੀਆਂ ਪ੍ਰਮੁੱਖ ਲੋੜਾਂ ਹਨ। ਇਹਨਾਂ ਸਰਬ ਵਿਆਪਕ ਬੁਨਿਆਦੀ ਲੋੜਾਂ ਦੇ ਸੰਦਰਭ ਵਿੱਚ ਹੀ ਮਦਦ ਕੀਤੀ ਜਾਂਦੀ ਹੈ। ਇਹਨਾਂ ਲੋੜਾਂ ਦੀ ਪੂਰਤੀ ਦੇ ਕਾਰਜਾਂ ਵਿੱਚੋਂ ਹੀ ਰਿਸ਼ਤੇ ਉਪਜਦੇ ਹਨ। ਜੋ ਕੁਝ ਵੀ ਅਸੀਂ ਖਾਂਦੇ, ਪੀਂਦੇ, ਪਹਿਨਦੇ, ਵਰਤਦੇ ਹਾਂ, ਉਹ ਕਿਸੇ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ। ਸੋ ਧੰਨਵਾਦੀ ਬਿਰਤੀ ਲੋੜੀਂਦੀ ਹੈ। ਧੰਨਵਾਦੀ ਹੋਣਾ ਸਿੱਖੋ। ਇਹ ਅਜਿਹੀ ਨੀਤੀ ਹੈ ਜਿਸ ਵਿੱਚ ਸਫਲਤਾ ਹੀ ਸਫਲਤਾ ਹੈ। ਧੰਨਵਾਦ ਆਮ ਕਰਕੇ ਵਡੇਰੀਆਂ, ਮਿਹਰਬਾਨੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਉਦੇਸ਼ ਵਿੱਚੋਂ ਉਪਜੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ। ਦਰੱਖਤਾਂ ਦੇ ਪੱਤੇ ਧੰਨਵਾਦ ਦੀ ਭਾਵਨਾ ਨਾਲ ਧਰਤੀ ਨੂੰ ਖੁਸ਼ਹਾਲ, ਅਮੀਰ ਅਤੇ ਨਿਰੋਆ ਬਣਾਉਣ ਲਈ ਡਿੱਗਦੇ ਹਨ। ਪੱਤਿਆਂ ਦਾ ਡਿੱਗਣਾ ਦਰੱਖਤ ਵੱਲੋਂ ਧੰਨਵਾਦ ਦਾ ਪ੍ਰਗਟਾਵਾ ਹੈ। ਪਰਸਪਰ ਧੰਨਵਾਦ ਦੀ ਭਾਵਨਾ ਵਿਕਾਸ ਦਾ ਪ੍ਰਤੀਕ ਹੁੰਦੀ ਹੈ। ਮਦਦ ਕਰਨ ਦੇ ਖੇਤਰ ਤਾਂ ਕਈ ਹਨ, ਪਰ ਵਸੀਲਿਆਂ ਵਿਹੂਣੇ ਕਿਸੇ ਲਾਇਕ ਵਿਦਿਆਰਥੀ ਦੀ ਪੜ੍ਹਾਈ ਵਿੱਚ ਮਾਇਕ ਮਦਦ ਅਤੇ ਕਿਸੇ ਮਿਹਨਤੀ ਵਿਅਕਤੀ ਦੀ ਬਿਮਾਰੀ ਵਿੱਚ ਸਹਾਇਤਾ ਸਭ ਤੋਂ ਵੱਧ ਤਸੱਲੀ ਦਿੰਦੀ ਹੈ, ਕਿਉਂਕਿ ਇਹ ਨਿਰੰਤਰ ਧੰਨਵਾਦੀ ਰਹਿੰਦੇ ਹਨ। ਜਿਵੇਂ ਦਲਦਲ ਵਿੱਚ ਫਸੀ ਕਿਸੇ ਗਾਂ, ਮੱਝ ਦੀ ਬਾਹਰ ਨਿਕਲਣ ਵਿੱਚ ਮਦਦ ਮੁਲਤਵੀ ਨਹੀਂ ਕੀਤੀ ਜਾ ਸਕਦੀ ਅਤੇ ਡੁੱਬਦੇ ਵਿਅਕਤੀ ਦਾ ਬਚਾਉਣਾ ਟਾਲਿਆ ਨਹੀਂ ਜਾ ਸਕਦਾ, ਇਵੇਂ ਹੀ ਕਈ ਖੇਤਰ ਹੁੰਦੇ ਹਨ ਜਿੱਥੇ ਫੌਰੀ ਮਦਦ ਦੀ ਲੋੜ ਪੈਂਦੀ ਹੈ। ਪੰਜਾਬੀਆਂ ਦਾ ਇਹ ਸੁਭਾਅ ਹੈ ਕਿ ਇਹ ਕਿਸੇ ਨਿਆਸਰੇ ਦੀ ਮਦਦ ਕਰਨ ਵਿੱਚ ਸੰਕੋਚ ਨਹੀਂ ਕਰਦੇ। ਰੋਂਦੀ ਹੋਈ ਇਸਤਰੀ ਦੀ ਮਦਦ ਲਈ ਪੰਜਾਬੀ ਪੁਰਸ਼ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ। ਇਹ ਉਸ ਦਾ ਸੁਭਾਵਿਕ ਵਿਹਾਰ ਹੈ ਅਤੇ ਅਜਿਹਾ ਕਰਨ ਲਈ ਪੰਜਾਬੀਆਂ ਦਾ ਇਤਿਹਾਸ ਉਹਨਾਂ ਨੂੰ ਪ੍ਰੇਰਨਾ ਦਿੰਦਾ ਹੈ। ਪਾਟੇ ਨੂੰ ਸਿਉਣ ਨਾਲ, ਡਿੱਗੇ ਨੂੰ ਚੁੱਕਣ ਨਾਲ ਅਤੇ ਨਿਆਸਰੇ ਨੂੰ ਸਹਾਰਾ ਦੇਣ ਨਾਲ ਅਸੀਂ ਆਤਮਿਕ ਅਤੇ ਭਾਵਕ ਪੱਖੋਂ ਖੁਸ਼ਹਾਲ ਹੁੰਦੇ ਹਾਂ। ਹਰੇਕ ਧਰਮ ਦਾ ਕੇਂਦਰੀ ਉਪਦੇਸ਼ ਨਿਆਸਰਿਆਂ ਦੀ ਸੇਵਾ ਕਰਨਾ ਹੈ ਅਤੇ ਹਰ ਕੋਈ ਕਿਸੇ ਨਾ ਕਿਸੇ ਪੱਖੋਂ ਨਿਆਸਰਾ ਹੁੰਦਾ ਹੈ। ਉਦਾਹਰਨ ਵਜੋਂ ਜਦੋਂ ਦ੍ਰੋਪਦੀ ਦਾ ਅਪਮਾਨ ਕੀਤਾ ਜਾ ਰਿਹਾ ਸੀ ਤਾਂ ਉਹ ਬੇਸ਼ਰਮਾਂ ਦੇ ਭਰੇ ਦਰਬਾਰ ਵਿੱਚ ਨਿਆਸਰੀ ਖਲੋਤੀ ਸੀ। ਉਸ ਦੀ ਨਿਆਸਰੀ ਸਥਿਤੀ ਨਿਰਲੱਜ ਮਰਦਾਂ ਦੀ ਅਣਖ ਨੂੰ ਵਗਾਰ ਸੀ। ਆਪਣੀ ਇੱਜ਼ਤ ਬਚਾਉਣ ਲਈ ਉਸ ਹਰ ਹੀਲਾ ਵਰਤਿਆ ਪਰ ਸਫਲ ਨਾ ਹੋਈ। ਪਰ ਜਿਉਂ ਹੀ ਉਸਨੇ ਅੰਤਲੀ ਆਸ ਕ੍ਰਿਸ਼ਨ ਨੂੰ ਧਿਆ ਕੇ ਮਦਦ ਲਈ ਹੱਥ ਫੈਲਾਏ, ਰਹਿਮ ਅਤੇ ਮਿਹਰ ਦੀ ਬਖਸ਼ਿਸ਼ ਹੋ ਗਈ ਅਤੇ ਕ੍ਰਿਸ਼ਨ ਨੇ ਦ੍ਰੋਪਦੀ ਦੀ ਇੱਜ਼ਤ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ। ਜਦੋਂ ਕੋਈ ਹਾਦਸਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਬਹੁਤੀ ਚਿੰਤਾ ਮਰ ਗਿਆਂ ਸੰਬੰਧੀ ਨਹੀਂ, ਪਿੱਛੇ ਰਹਿ ਗਿਆਂ ਸੰਬੰਧੀ ਹੁੰਦੀ ਹੈ। ਮਦਦ ਪਿੱਛੇ ਰਹਿ ਗਿਆਂ ਦੀ ਹੁੰਦੀ ਹੈ। ਮਦਦ ਦਾ ਉਦੇਸ਼ ਮਦਦ ਲੈਣ ਵਾਲੇ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਕੇ ਸੁਤੰਤਰ ਕਰਨਾ ਹੁੰਦਾ ਹੈ। ਕਈ ਵਾਰੀ ਕਿਸੇ ਨੂੰ ਸੁਣਨਾ ਹੀ ਮਦਦ ਹੈ, ਕਈ ਵਾਰੀ ਕਿਸੇ ਕੋਲ ਬਹਿਣਾ ਅਤੇ ਹੱਲਾਸ਼ੇਰੀ ਦੇਣਾ ਹੀ ਸਹਾਇਤਾ ਹੈ। ਜੋ ਕੁਝ ਲੋਕ ਆਪ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਰਨਾ ਚਾਹੀਦਾ ਹੈ, ਉਹ ਕੁਝ ਕਰਨਾ ਮਦਦ ਨਹੀਂ ਹੁੰਦੀ। ਮਦਦ ਦਾ ਉਦੇਸ਼ ਡੁੱਲ੍ਹ ਗਏ ਜਾਂ ਖਾਲੀ ਹੋਏ ਨੂੰ ਭਰਨਾ ਹੈ। ਮਦਦ ਉਸ ਦੀ ਹੀ ਕੀਤੀ ਜਾਣੀ ਚਾਹੀਦੀ ਹੈ ਜੋ ਆਰਜੀ ਤੌਰ 'ਤੇ ਆਪਣਾ ਕੰਮ ਕਰਨ ਵਿੱਚ ਅਸਮਰਥ ਹੋਵੇ। ਕੁਝ ਖੇਤਰ ਹਨ ਜਿਨ੍ਹਾਂ 'ਚ ਮਦਦ ਨਹੀਂ ਕੀਤੀ ਜਾਣੀ ਚਾਹੀਦੀ, ਜਿਵੇਂ ਦੂਜਾ ਮਕਾਨ ਜਾਂ ਦੂਜੀ ਕਾਰ ਖਰੀਦਣ ਲਈ, ਮਹਿੰਗੇ ਸ਼ੌਂਕ ਪਾਲਣ ਲਈ, ਮਨੋਰੰਜਨ ਵਾਸਤੇ, ਵਿਦੇਸ਼ ਦੌਰੇ ਲਈ। ਸਹਾਇਤਾ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹੁੰਦੀ ਹੈ, ਇੱਛਾਵਾਂ ਦੀ ਪੂਰਤੀ ਲਈ ਨਹੀਂ। ਜੋ ਮਦਦ ਕਰਦੇ ਹਨ ਉਹਨਾਂ ਨੇ ਮਦਦ ਲਈ ਦਿੱਤੇ ਜਾਣ ਵਾਲੇ ਧਨ ਨੂੰ ਮਿਹਨਤ ਅਤੇ ਕੁਰਬਾਨੀਆਂ ਕਰਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਵਿਰਵੇ ਰੱਖ ਕੇ ਇਕੱਤਰ ਕੀਤਾ ਹੁੰਦਾ ਹੈ ਅਤੇ ਉਸ ਉੱਤੇ ਟੈਕਸ ਵੀ ਅਦਾ ਕੀਤਾ ਹੁੰਦਾ ਹੈ। ਮਦਦ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮਦਦ ਲੈਣ ਵਾਲੇ ਨੇ ਆਪਣੇ ਵਸੀਲੇ ਕਿਵੇਂ ਵਰਤੇ ਹਨ ਅਤੇ ਆਪਣੇ ਜੀਵਨ ਨੂੰ ਜੀਵਿਆ ਕਿਵੇਂ ਹੈ। ਲੋਕ ਅਕਸਰ ਕਹਿੰਦੇ ਹਨ ਕਿ ਲੋੜ ਵੇਲੇ ਰਿਸ਼ਤੇਦਾਰ ਮਦਦ ਨਹੀਂ ਕਰਦੇ, ਜਦੋਂ ਕਿ ਵਾਸਤਵਿਕਤਾ ਇਹ ਹੈ ਕਿ ਜੇ ਤੁਹਾਨੂੰ ਮਦਦ ਦੀ ਲੋੜ ਹੈ ਅਤੇ ਤੁਸੀਂ ਮਦਦ ਕੀਤੇ ਜਾਣ ਦੇ ਯੋਗ ਹੋ ਤਾਂ ਰਿਸ਼ਤੇਦਾਰ ਵੀ ਮਦਦ ਕਰਨਗੇ। ਉਹ ਅਕਸਰ ਮਦਦ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ। ਉਹਨਾਂ ਨੇ ਤੁਹਾਡੇ ਆਡੰਬਰ ਅਤੇ ਫਜ਼ੂਲ ਖਰਚੀਆਂ ਵੇਖੀਆਂ ਹੁੰਦੀਆਂ ਹਨ। ਉਹ ਤੁਹਾਡੇ ਗੈਰ ਜ਼ਿੰਮੇਵਾਰ ਵਿਹਾਰ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ। ਗੈਰ ਜ਼ਿੰਮੇਵਾਰ ਵਿਹਾਰ ਪਰਿਵਾਰ ਵਿੱਚ ਹੀ ਨਹੀਂ ਸਗੋਂ ਸਮੁੱਚੇ ਸਮਾਜ ਵਿੱਚ ਵੀ ਅਸ਼ਾਂਤੀ ਹੀ ਫੈਲਾਉਂਦਾ ਹੈ। ਲੰਮੇ ਰਿਸ਼ਤੇ ਇਸ ਆਧਾਰ 'ਤੇ ਨਹੀਂ ਚੱਲਦੇ ਕਿ ਕਹਿਣ ਉੱਤੇ ਸਹਾਇਤਾ ਕਰੋਗੇ ਜਾਂ ਸਹਾਇਤਾ ਮਿਲੇਗੀ, ਸਗੋਂ ਇਸ ਵਿਸ਼ਵਾਸ 'ਤੇ ਚੱਲਦੇ ਹਨ ਕਿ ਜੇ ਲੋੜ ਪਈ ਤਾਂ ਸਹਾਇਤਾ ਲਈ ਕਹਿਣਾ ਨਹੀਂ ਪਵੇਗਾ। ਜਿਹੜੇ ਵਿਅਕਤੀ ਆਪਣੇ ਆਪ ਦੀ ਚੰਗੀ ਦੇਖਭਾਲ ਕਰਦੇ ਹਨ ਉਹ ਸੰਜਮੀ ਹੁੰਦੇ ਹਨ ਅਤੇ ਉਹ ਹੀ ਦੂਜਿਆਂ ਦਾ ਕੁਝ ਸੰਵਾਰ ਸਕਦੇ ਹਨ। ਲਾਪਰਵਾਹ ਅਤੇ ਸੁਸਤ ਵਿਅਕਤੀ ਆਪਣਾ ਤਾਂ ਨੁਕਸਾਨ ਕਰਦੇ ਹੀ ਹਨ, ਉਹ ਦੂਜਿਆਂ ਨੂੰ ਵੀ ਵੱਡੇ ਘਾਟੇ ਪਾਉਂਦੇ ਹਨ।
ਜੇ ਅਜਿਹੇ ਵਿਅਕਤੀ ਦੀ ਤੁਸੀਂ ਇੱਕ ਵਾਰੀ ਮਦਦ ਕਰੋਗੇ ਤਾਂ ਉਹ ਕੁਝ ਹੀ ਦਿਨਾਂ ਵਿੱਚ ਫਿਰ ਬੇਵਕਤੇ ਆ ਕੇ ਕੋਈ ਨਵਾਂ ਬਹਾਨਾ ਲਾ ਕੇ ਹੋਰ ਮਦਦ ਮੰਗੇਗਾ ਅਤੇ ਧੰਨਵਾਦੀ ਹੋਣ ਵਾਲੀ ਖੁਸ਼ੀ ਦੇਣ ਦੀ ਥਾਂ ਸਿਰਦਰਦੀ ਬਣ ਜਾਵੇਗਾ। ਬਹੁਤੇ ਰਿਸ਼ਤੇਦਾਰ ਪਹਿਲਾਂ ਸਲਾਹ ਮਸ਼ਵਰੇ ਲਈ ਆਉਂਦੇ ਹਨ। ਮਾਇਕ ਸਹਾਇਤਾ ਉਹ ਦੂਜੀ ਜਾਂ ਤੀਜੀ ਮਿਲਣੀ ਵਿੱਚ ਮੰਗਦੇ ਹਨ। ਜਿਵੇਂ ਪਹਿਲੀ ਮਿਲਣੀ ਵਿੱਚ ਕਹਿਣਗੇ, ਮੇਰੀ ਕਾਰ ਠੀਕ ਨਹੀਂ ਚੱਲਦੀ, ਬਦਲਣੀ ਚਾਹੁੰਦਾ ਹਾਂ, ਨਵੀਂ ਲਈਏ ਕਿ ਪੁਰਾਣੀ। ਦੂਜੀ ਮਿਲਣੀ ਵਿੱਚ ਪੁੱਛਣਗੇ, ਲੈਣੀ ਤਾਂ ਨਵੀਂ ਹੀ ਹੈ ਪਰ ਲਈਏ ਕਿਹੜੀ। ਤੀਜੀ ਮਿਲਣੀ ਵੇਲੇ ਤੁਹਾਨੂੰ ਪੁੱਛਣਾ ਪਵੇਗਾ, ਤੁਹਾਨੂੰ ਸਲਾਹ ਚਾਹੀਦੀ ਹੈ ਜਾਂ ਪੈਸੇ, ਅਤੇ ਉਹ ਉਵੇਂ ਹੱਸਣਗੇ ਜਿਵੇਂ ਉਧਾਰ ਲੈਣ ਵਾਲਾ ਗਾਹਕ ਦੁਕਾਨਦਾਰ ਦੀ ਗੱਲ 'ਤੇ ਹੱਸਦਾ ਹੈ। ਅਜਿਹਿਆਂ ਦੀ ਸਹਾਇਤਾ ਕਰੋਗੇ ਤਾਂ ਵੀ ਅਤੇ ਜੇ ਨਹੀਂ ਕਰੋਗੇ ਤਾਂ ਵੀ ਰਿਸ਼ਤੇ ਵਿੱਚੋਂ ਨਿੱਘ ਮੁੱਕ ਜਾਵੇਗਾ। ਲਾਪਰਵਾਹ ਬੰਦੇ ਦੀ ਸਹਾਇਤਾ ਜਾਂ ਦੇਖਭਾਲ ਕਰਨੀ ਬੜਾ ਔਖਾ ਕਾਰਜ ਹੈ। ਨਲਾਇਕ ਬੱਚੇ ਪਾਲਣੇ ਬੜੇ ਮੁਸ਼ਕਿਲ ਹੁੰਦੇ ਹਨ। ਅਕ੍ਰਿਤਘਣ ਦੀ ਅਕ੍ਰਿਤਘਣਤਾ ਨੂੰ ਭੁਲਾਇਆ ਨਹੀਂ ਜਾ ਸਕਦਾ। ਇੱਕ ਵਾਰੀ ਇੱਕ ਕਿਸਾਨ ਨੇ ਖੇਤ ਵਾਹੁਣ ਲਈ ਇੱਕ ਬਲਦ ਅਤੇ ਸਵਾਰੀ ਲਈ ਇੱਕ ਘੋੜਾ ਰੱਖਿਆ ਹੋਇਆ ਸੀ। ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ, ਮੈਂ ਥੱਕ ਗਿਆ ਹਾਂ, ਆਰਾਮ ਕਰਨਾ ਚਾਹੁੰਦਾ ਹਾਂ, ਕੱਲ੍ਹ ਸਵੇਰੇ ਮੈਂ ਚਾਰਾ ਨਹੀਂ ਖਾਵਾਂਗਾ। ਕਿਸਾਨ ਸਮਝ ਜਾਵੇਗਾ ਕਿ ਮੈਂ ਬਿਮਾਰ ਹਾਂ, ਉਹ ਤੈਨੂੰ ਜੋਤ ਲਵੇਗਾ। ਇੱਕ ਦਿਨ ਲਈ ਮੈਨੂੰ ਤੇਰੀ ਮਦਦ ਦੀ ਲੋੜ ਹੈ। ਘੋੜਾ ਮੰਨ ਗਿਆ। ਅਗਲੀ ਸਵੇਰ ਨੂੰ ਘੋੜਾ ਜੋਤਿਆ ਗਿਆ। ਅਗਲੇ ਦਿਨ ਵੀ ਬਲਦ ਨੇ ਚਾਰਾ ਨਾ ਖਾਧਾ। ਬਲਦ ਇੱਧਰੋਂ ਉੱਧਰੋਂ ਖਾਣ ਦਾ ਕੰਮ ਸਾਰ ਲੈਂਦਾ ਸੀ ਪਰ ਚਾਰਾ ਨਹੀਂ ਸੀ ਖਾਂਦਾ। ਚਲਾਕ ਬਲਦ ਸ਼ਰੀਫ ਘੋੜੇ ਪ੍ਰਤੀ ਧੰਨਵਾਦੀ ਹੋਣ ਦੀ ਥਾਂ ਅਕ੍ਰਿਤਘਣ ਸਾਬਿਤ ਹੋ ਰਿਹਾ ਸੀ। ਪੰਜਵੇਂ ਦਿਨ ਅੱਕ ਕੇ ਘੋੜੇ ਨੇ ਬਲਦ ਨੂੰ ਕਿਹਾ, ਅੱਜ ਕਿਸਾਨ ਆਪਣੇ ਗੁਆਂਢੀ ਨੂੰ ਕਹਿ ਰਿਹਾ ਸੀ ਕਿ ਜੇ ਸਵੇਰ ਤੱਕ ਬਲਦ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦਿਆਂਗਾ। ਕਸਾਈ ਕੋਲ ਵੇਚੇ ਜਾਣ ਦੇ ਡਰ ਕਾਰਨ ਬਿਮਾਰੀ ਦਾ ਪਖੰਡ ਕਰਨ ਵਾਲਾ ਘੋੜੇ ਦਾ ਰਿਸ਼ਤੇਦਾਰ ਬਲਦ ਅਗਲੀ ਸਵੇਰ ਤੋਂ ਚਾਰਾ ਖਾਣ ਲੱਗ ਪਿਆ। ਉਸ ਤੋਂ ਮਗਰੋਂ ਘੋੜਾ ਬਲਦ ਦੀਆਂ ਤਕਲੀਫਾਂ ਅਤੇ ਦੁੱਖਾਂ ਦੀ ਕਹਾਣੀ ਸੁਣ ਲੈਂਦਾ ਸੀ ਪਰ ਮਦਦ ਦੀ ਕੋਈ ਪੇਸ਼ਕਸ਼ ਨਹੀਂ ਸੀ ਕਰਦਾ। ਦੋਸਤੀ ਜਾਂ ਰਿਸ਼ਤੇਦਾਰੀ ਘੋੜੇ ਦੀ ਘੋੜੇ ਨਾਲ ਅਤੇ ਬਲਦ ਦੀ ਬਲਦ ਨਾਲ ਚੱਲ ਸਕਦੀ ਹੈ, ਘੋੜੇ ਦੀ ਬਲਦ ਨਾਲ ਨਹੀਂ। ਰਿਸ਼ਤੇ ਪਰਸਪਰ ਸਹਿਯੋਗ ਅਤੇ ਸੁਹਿਰਦਤਾ ਨਾਲ ਚੱਲਦੇ ਹਨ, ਇੱਕ ਪਾਸੜ ਸਹਿਯੋਗ ਨਾਲ ਨਹੀਂ। ਰਿਸ਼ਤੇਦਾਰਾਂ ਤੋਂ ਮਦਦ ਮੰਗਣ ਵਾਲਿਆਂ ਨੂੰ ਸੁਚੇਤ, ਸਪਸ਼ਟ ਅਤੇ ਸਾਵਧਾਨ ਹੋਣ ਦੀ ਲੋੜ ਹੈ। ਕੋਈ ਵੀ ਵਿਅਕਤੀ ਸਵੈ ਸਿਰਜਿਆ ਨਹੀਂ ਹੁੰਦਾ, ਉਸ ਦੇ ਜੀਵਨ ਵਿੱਚ ਅਨੇਕਾਂ ਵਿਅਕਤੀਆਂ ਦਾ ਯੋਗਦਾਨ ਹੁੰਦਾ ਹੈ। ਉਂਝ ਤਾਂ ਜੀਵਨ ਵਿੱਚ ਹਰ ਪੜਾਅ ਉੱਤੇ ਹਰ ਕਿਸੇ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਸਹਿਯੋਗ ਜਾਂ ਕਿਸੇ ਨਾ ਕਿਸੇ ਦੀ ਸਹਾਇਤਾ ਦੀ ਲੋੜ ਪੈਂਦੀ ਰਹਿੰਦੀ ਹੈ। ਪਰ ਜੇ ਤੁਸੀਂ ਚੰਗੀ ਕਾਰਗੁਜ਼ਾਰੀ ਦਾ ਸਬੂਤ ਦਿੰਦੇ ਰਹੋਗੇ ਤਾਂ ਨਾ ਕੇਵਲ ਤੁਹਾਡੀ ਅੱਗੋਂ ਵੀ ਮਦਦ ਹੋਵੇਗੀ ਸਗੋਂ ਨਵੇਂ ਮਦਦ ਕਰਨ ਵਾਲੇ ਵੀ ਉਪਜਦੇ ਰਹਿਣਗੇ। ਮਨੁੱਖ ਨੂੰ ਮਿਹਨਤੀ ਵਿਅਕਤੀਆਂ ਦੀ ਮਦਦ ਕਰਨ ਵਿੱਚੋਂ ਆਨੰਦ ਮਿਲਦਾ ਹੈ। ਲੈਣ ਵਾਲਾ ਮਦਦ ਮਾਣਦਾ ਹੈ, ਦੇਣ ਵਾਲਾ ਆਨੰਦ ਮਾਣਦਾ ਹੈ। ਇਵੇਂ ਦੋਵੇਂ ਵਿਕਾਸ ਕਰਦੇ ਹਨ। ਸੰਸਾਰ ਦੇ ਮਹਾਨ ਵਿਅਕਤੀ ਵੀ ਕਿਸੇ ਨਾ ਕਿਸੇ ਦੀ ਸਹਾਇਤਾ ਅਤੇ ਸਹਿਯੋਗ ਨਾਲ ਹੀ ਸਫਲ ਹੋਏ ਸਨ। ਉਦਾਹਰਨ ਵਜੋਂ ਸੇਵਾ ਅਤੇ ਸਹਿਯੋਗ ਵਿੱਚ ਹਨੂੰਮਾਨ ਲਛਮਣ ਨੂੰ ਵੀ ਪਿੱਛੇ ਛੱਡ ਗਿਆ ਅਤੇ ਹਨੂੰਮਾਨ ਰਾਮ ਦੀ ਮਦਦ ਕਰਨ ਕਾਰਨ ਪੂਜਣਯੋਗ ਹੋ ਗਿਆ। ਅਧਿਆਪਕ ਉਹੀ ਯਾਦ ਰਹਿੰਦਾ ਹੈ ਜਿਸ ਨੇ ਵਿਦਿਆਰਥੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੋਵੇ। ਸਹਾਇਤਾ ਮਿਲਦੀ ਹਰੇਕ ਨੂੰ ਹੈ ਪਰ ਮਿਲੀ ਹੋਈ ਸਹਾਇਤਾ ਤੋਂ ਲਾਭ ਉਠਾਉਣ ਦੀ ਹਿੰਮਤ ਕੋਈ ਕਰਦਾ ਹੈ। ਇੱਕ ਵਾਰ ਇੱਕ ਸਕੂਲ ਅਧਿਆਪਕ ਨੇ ਇੱਕ ਅਨਪੜ੍ਹ ਗਰੀਬ ਪਰਿਵਾਰ ਦੇ ਇੱਕ ਹੋਣਹਾਰ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦੇਣਾ ਆਰੰਭ ਕੀਤਾ ਪਰ ਉਸ ਅਧਿਆਪਕ ਦੀ ਨੇੜਲੇ ਪਿੰਡ ਵਿੱਚ ਬਦਲੀ ਹੋ ਗਈ। ਅਧਿਆਪਕ ਨੇ ਗਰੀਬ ਮਾਪਿਆਂ ਨੂੰ ਉਸ ਵਿਦਿਆਰਥੀ ਨੂੰ ਆਪਣੇ ਕੋਲ ਆਪਣੇ ਪਰਿਵਾਰ ਵਿੱਚ ਰੱਖ ਕੇ ਪੜ੍ਹਾਉਣ ਦੀ ਪੇਸ਼ਕਸ਼ ਕੀਤੀ ਪਰ ਸ਼ਰੀਕ ਨੇ ਵਿਦਿਆਰਥੀ ਦੇ ਪਿਤਾ ਨੂੰ ਕਿਹਾ, ਮਾਸਟਰ ਤੇਰੀ ਮਜਬੂਰੀ ਵੇਖ ਗਿਆ ਹੈ, ਤੇਰੇ ਮੁੰਡੇ ਨੂੰ ਆਪਣੇ ਘਰ ਰੱਖ ਕੇ ਆਪਣੀ ਧੀ ਉਸ ਨਾਲ ਵਿਆਹ ਦੇਵੇਗਾ। ਇਵੇਂ ਸਹਿਯੋਗ ਦਾ ਸੱਚਾ ਅਵਸਰ ਅਜਾਈ ਚਲਾ ਗਿਆ। ਵਿੱਦਿਆ ਦਾ ਦਾਨ ਮਿਲ ਰਿਹਾ ਸੀ ਪਰ ਲੈਣ ਵਾਲਾ ਅਕਲ ਦਾ ਕਟੋਰਾ ਛੋਟਾ ਸੀ। ਮੈਲੇ ਕਟੋਰੇ ਵਿੱਚ ਸਵੱਛ ਵਸਤ ਵੀ ਮੈਲੀ ਹੋ ਜਾਂਦੀ ਹੈ। ਦਾਨ ਵੀ ਸਹਿਯੋਗ ਅਤੇ ਸਹਾਇਤਾ ਨਾਲ ਮਿਲਦਾ ਜੁਲਦਾ ਸੰਕਲਪ ਹੈ ਪਰ ਦਾਨ ਵੱਖਰੇ ਸੁਭਾਅ ਵਾਲਾ ਸੰਕਲਪ ਹੈ। ਦਾਨ ਕਰਨਾ ਇੱਕ ਧਾਰਮਿਕ ਬਿਰਤੀ ਹੈ ਪਰ ਅਕਸਰ ਇਸ ਵਿੱਚ ਕੋਈ ਗਰਜ ਲੁਕੀ ਹੁੰਦੀ ਹੈ। ਦਾਨ ਦਾ ਸੰਬੰਧ ਅਗਲੇ ਜਨਮ ਨੂੰ ਸੁਧਾਰਨ ਨਾਲ ਹੈ। ਸੱਚੇ ਦਾਨ ਦੀ ਇਹ ਸ਼ਰਤ ਹੈ ਕਿ ਇਹ ਉਸ ਨੂੰ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਜਾਣਦੇ ਨਹੀਂ ਹੁੰਦੇ। ਦਾਨ ਉਹ ਸਹਾਇਤਾ ਹੈ ਜੋ ਦੇ ਕੇ ਭੁਲਾ ਦਿੱਤੀ ਜਾਂਦੀ ਹੈ। ਦਾਨ ਦਾ ਗੁਪਤ ਹੋਣਾ ਇਸ ਦਾ ਬੁਨਿਆਦੀ ਗੁਣ ਹੈ। ਦੱਸ ਕੇ ਵਿਖਾ ਕੇ ਕੀਤਾ ਦਾਨ, ਦਾਨ ਨਹੀਂ ਭਿਖਿਆ ਹੈ। ਦਾਨ ਲੈਣ ਵਾਲੇ ਨੂੰ ਦਾਨ ਦੇਣ ਵਾਲੇ ਦਾ ਪਤਾ ਹੁੰਦਾ ਹੈ ਪਰ ਦਾਨ ਦੇਣ ਵਾਲੇ ਨੂੰ ਲੈਣ ਵਾਲੇ ਦਾ ਪਤਾ ਨਹੀਂ ਹੁੰਦਾ। ਹਿੰਦੂ ਧਰਮ ਵਿੱਚ ਦਾਨ ਦੀ ਮਹਿਮਾ ਹੈ।
ਵੈਦਿਕ ਕਾਲ ਦੀ ਇੱਕ ਕਥਾ ਹੈ ਕਿ ਇੱਕ ਵਾਰ ਇੱਕ ਰਿਸ਼ੀ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਪਰਮਾਤਮਾ ਨੇ ਕਿਹਾ, ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਰਿਸ਼ੀ ਨੇ ਕਿਹਾ, ਸਭ ਕੁਝ ਹੈ, ਕਿਸੇ ਚੀਜ਼ ਦੀ ਲੋੜ ਨਹੀਂ। ਸੋਚਿਆ ਹੀ ਨਹੀਂ ਕਿ ਕਦੀ ਕਿਸੇ ਤੋਂ ਕੁਝ ਮੰਗਣਾ ਹੈ। ਪਰਮਾਤਮਾ ਨੇ ਕਿਹਾ, ਮੈਂ ਤੈਨੂੰ ਵਰ ਦਿੰਦਾ ਹਾਂ ਕਿ ਤੂੰ ਜਿਸ ਦੇ ਸਿਰ 'ਤੇ ਹੱਥ ਰੱਖੇਂਗਾ ਉਸ ਦੀ ਮਨੋਕਾਮਨਾ ਪੂਰੀ ਹੋਵੇਗੀ। ਰਿਸ਼ੀ ਨੇ ਸੋਚਿਆ, ਇਵੇਂ ਤਾਂ ਮੇਰੇ ਵਿੱਚ ਹੰਕਾਰ ਆ ਜਾਵੇਗਾ। ਸੋ ਉਸਨੇ ਪਰਮਾਤਮਾ ਨੂੰ ਕਿਹਾ, ਕਿਰਪਾ ਕਰਕੇ ਇਹ ਵਰ ਦਿਓ ਕਿ ਜਿਸ ਉੱਤੇ ਮੇਰਾ ਪਰਛਾਵਾਂ ਪਵੇ ਉਸ ਦੀ ਮਨੋਕਾਮਨਾ ਪੂਰੀ ਹੋਵੇ, ਪਰ ਮੈਨੂੰ ਉਸ ਦਾ ਚਿਹਰਾ ਵਿਖਾਈ ਨਾ ਦੇਵੇ, ਤਾਂ ਕਿ ਮੈਨੂੰ ਪਤਾ ਹੀ ਨਾ ਲੱਗੇ ਕਿ ਮੈਂ ਕਿਸ ਕਿਸ ਦੀ ਕਾਮਨਾ ਪੂਰੀ ਕੀਤੀ ਹੈ ਅਤੇ ਕਿਸ ਕਿਸ ਉੱਤੇ ਪਰਉਪਕਾਰ ਕੀਤਾ ਹੈ। ਸਹਿਯੋਗ ਸਹਾਇਤਾ ਦੀ ਸਭ ਤੋਂ ਉੱਚੀ ਸਥਿਤੀ ਪਰਉਪਕਾਰ ਹੈ। ਦਾਨ ਦਾ ਸੰਬੰਧ ਅਗਲੇ ਜਨਮ ਨਾਲ ਹੈ, ਜਦੋਂ ਕਿ ਪਰਉਪਕਾਰ ਦਾ ਸੰਬੰਧ ਇਸੇ ਸੰਸਾਰ ਨਾਲ ਹੈ। ਪਰ ਉਪਕਾਰ ਦਾ ਸੰਬੰਧ ਅਕਸਰ ਅਗਲੀ ਪੀੜ੍ਹੀ ਜਾਂ ਭਵਿੱਖ ਨਾਲ ਹੁੰਦਾ ਹੈ। ਪਰਉਪਕਾਰ ਕਰਨ ਵਾਲੇ ਆਪ ਕੁਝ ਅਰਸੇ ਮਗਰੋਂ ਚਲੇ ਜਾਂਦੇ ਹਨ, ਪਰ ਉਹਨਾਂ ਦੇ ਪਰਉਪਕਾਰ ਦਾ ਫਲ ਆਉਣ ਵਾਲੀਆਂ ਕਈ ਪੀੜ੍ਹੀਆਂ ਮਾਣਦੀਆਂ ਹਨ। ਧਰਮਸ਼ਾਲਾਵਾਂ, ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਆਦਿ ਖੋਲ੍ਹਣਾ ਪਰਉਪਕਾਰੀ ਬਿਰਤੀ ਦਾ ਪ੍ਰਗਟਾਵਾ ਹਨ। ਪਰਉਪਕਾਰ ਤਾਂ ਸਭ ਨੂੰ ਦਿਸਦਾ ਹੈ, ਪਰ ਪਰਉਪਕਾਰ ਕਰਨਾ ਅਤੇ ਨਾ ਦੱਸਣਾ ਖੁਦਾਈ ਹੈ, ਕਿਉਂਕਿ ਪਰਮਾਤਮਾ ਇਵੇਂ ਹੀ ਕਰਦਾ ਹੈ। ਪਰਉਪਕਾਰ ਪਰਮਾਤਮਾ ਨੂੰ ਅਰਪਣ ਕੀਤੀ ਸੌਗਾਤ ਹੁੰਦੀ ਹੈ। ਦਾਨ ਵਿੱਚ ਸਵਾਰਥ ਹੈ, ਮੰਗ ਹੈ, ਪਰ ਪਰਉਪਕਾਰ ਅਕਸਰ ਨਿਰਸਵਾਰਥ ਹੁੰਦਾ ਹੈ। ਬਹੁਤੇ ਲੋਕ ਪਰਉਪਕਾਰ ਆਰੰਭ ਕਰਕੇ ਦਾਨ ਕਰਨ ਲੱਗ ਪੈਂਦੇ ਹਨ। ਦਾਨ ਦਾ ਆਕਾਰ ਛੋਟਾ ਹੈ, ਪਰਉਪਕਾਰ ਵੱਡੇ ਆਕਾਰ ਵਾਲਾ ਹੁੰਦਾ ਹੈ। ਵੱਡੇ ਆਕਾਰ ਦਾ ਹੋਣ ਕਰਕੇ ਪਰਉਪਕਾਰ ਦਾ ਪ੍ਰਭਾਵ ਵੀ ਵੱਡਾ ਅਤੇ ਵਿਸ਼ਾਲ ਹੁੰਦਾ ਹੈ। ਪਰਉਪਕਾਰ ਆਲੇ ਦੁਆਲੇ ਵਿੱਚ ਖੁਸ਼ਹਾਲੀ ਫੈਲਾਉਣ ਦਾ ਉਪਰਾਲਾ ਹੁੰਦਾ ਹੈ। ਅਸੀਂ ਉਤਨੇ ਹੀ ਖੁਸ਼ਹਾਲ ਹੋ ਸਕਦੇ ਹਾਂ ਜਿਤਨੇ ਸਾਡੇ ਆਲੇ ਦੁਆਲੇ ਦੇ ਲੋਕ ਖੁਸ਼ਹਾਲ ਹੋਣਗੇ। ਵੇਖਿਆ ਗਿਆ ਹੈ ਕਿ ਅਸੀਂ ਆਪਣੀ ਕਮਾਈ ਨੂੰ ਸੰਜਮ ਨਾਲ ਖਰਚਦੇ ਹਾਂ, ਜਦੋਂ ਕਿ ਦੂਜਿਆਂ ਤੋਂ ਮਿਲੇ ਧਨ ਨੂੰ ਖਰਚਣ ਵੇਲੇ ਬੜੇ ਉਦਾਰ ਹੋ ਜਾਂਦੇ ਹਾਂ। ਬਹੁਤੇ ਲੋਕ ਮਦਦ ਵਿੱਚ ਮਿਲੀ ਰਾਸ਼ੀ ਨੂੰ ਉਹਨਾਂ ਚੀਜ਼ਾਂ ਉੱਤੇ ਖਰਚ ਕਰਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ, ਅਤੇ ਉਹਨਾਂ ਨੂੰ ਵਿਖਾਉਣ ਲਈ ਖਰਚ ਕਰਦੇ ਹਨ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਹਰ ਕੰਮ ਲਈ ਮਦਦ ਉਡੀਕਣਾ ਭੈੜੀ ਗੱਲ ਹੈ। ਕੋਈ ਮਦਦ ਲੈਣ ਦੇ ਯੋਗ ਹੈ ਕਿ ਨਹੀਂ, ਜਾਣਨ ਵਾਸਤੇ ਇੱਕ ਸਾਦਾ ਜਿਹਾ ਢੰਗ ਹੈ ਕਿ ਵੇਖੋ ਉਹ ਜਾਗਦਾ ਕਿਸ ਵੇਲੇ ਹੈ ਅਤੇ ਆਪਣੇ ਸਮੇਂ ਨੂੰ ਵਰਤਦਾ ਕਿਵੇਂ ਹੈ। ਸੌਣ ਅਤੇ ਜਾਗਣ ਦਾ ਸਧਾਰਨ ਸਮਾਂ ਸਧਾਰਨ ਵਿਅਕਤੀਆਂ ਲਈ ਹੁੰਦਾ ਹੈ, ਜਿਹੜੇ ਸਵਖਤੇ ਜਾਗ ਕੇ ਮਿਹਨਤ ਰਾਹੀਂ ਵਕਤ ਦੀ ਸ਼ੁਭ ਵਰਤੋਂ ਕਰਦੇ ਹਨ। ਉਹ ਹੀ ਮਦਦ ਦੇ ਹੱਕਦਾਰ ਹੁੰਦੇ ਹਨ। ਜਿਹੜੇ ਧੁੱਪ ਚੜ੍ਹੀ ਤੱਕ ਸੁੱਤੇ ਰਹਿੰਦੇ ਹਨ, ਉਹਨਾਂ ਦੀ ਸਥਿਤੀ ਮਦਦ ਦੇ ਬਾਵਜੂਦ ਨਹੀਂ ਸੁਧਰੇਗੀ। ਅਜਿਹੇ ਵਿਅਕਤੀ ਦੀ ਮਦਦ ਕਰਕੇ ਪਛਤਾਵਾ ਹੋਵੇਗਾ। ਬਚਪਨ, ਬੁਢਾਪਾ, ਬਿਮਾਰੀ, ਕਮਜ਼ੋਰੀ, ਇਕੱਲਤਾ, ਹਾਦਸਾ ਆਦਿ ਜ਼ਿੰਦਗੀ ਦਾ ਭਾਗ ਹਨ। ਅਸੀਂ ਇਹਨਾਂ ਸਾਰੀਆਂ ਸਥਿਤੀਆਂ ਵਿੱਚੋਂ ਲੰਘਣਾ ਹੈ। ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਜਦੋਂ ਸਾਨੂੰ ਲੋੜ ਪਵੇ ਤਾਂ ਸਹਿਯੋਗ ਮਿਲੇ। ਹਰ ਕਿਸੇ ਕੋਲ ਦੇਣ ਲਈ ਕੁਝ ਨਾ ਕੁਝ ਹੁੰਦਾ ਹੈ। ਇੱਕ ਸਹਿਯੋਗੀ ਭਾਵਨਾ ਵਾਲਾ ਵਿਅਕਤੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਪਰੇਸ਼ਨ ਲਈ ਅੰਦਰ ਭੇਜਣ ਦਾ ਕੰਮ ਕਰਦਾ ਸੀ। ਜਿਸ ਨੂੰ ਅੰਦਰ ਭੇਜਦਾ ਸੀ, ਉਸ ਦੀ ਘਬਰਾਹਟ ਨੂੰ ਦੂਰ ਕਰਨ ਲਈ ਉਹ ਉਸ ਦੇ ਕੰਨ ਵਿੱਚ ਕਹਿੰਦਾ ਸੀ, ਜਿਹੋ ਜਿਹਾ ਤੁਹਾਡਾ ਆਪਰੇਸ਼ਨ ਹੋਣਾ ਹੈ, ਉਹੋ ਜਿਹਾ ਪਿਛਲੇ ਮਹੀਨੇ ਮੇਰਾ ਹੋਇਆ ਸੀ। ਵੇਖੋ ਮੈਂ ਠੀਕ ਹੋ ਗਿਆ ਹਾਂ, ਤੁਸੀਂ ਵੀ ਠੀਕ ਹੋ ਜਾਵੋਗੇ। ਅਨੁਭਵ ਕਹਿੰਦਾ ਹੈ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਸ ਵੇਲੇ ਸਾਡੇ ਵਿੱਚ ਕੋਈ ਲਾਲਸਾ ਜਾਂ ਤਣਾਅ ਨਹੀਂ ਹੁੰਦਾ। ਗਾਉਣ ਵਾਲੇ ਆਪਣੀ ਆਵਾਜ਼ ਨਾਲ, ਲਿਖਣ ਵਾਲੇ ਆਪਣੀ ਕਲਮ ਨਾਲ ਅਤੇ ਵਿਗਿਆਨੀ ਆਪਣੀਆਂ ਕਾਢਾਂ ਨਾਲ ਮਾਨਵ ਜਾਤੀ ਦੀ ਸੇਵਾ ਵੀ ਕਰਦੇ ਹਨ ਅਤੇ ਆਪਣੀ ਉਪਜੀਵਿਕਾ ਵੀ ਕਮਾਉਂਦੇ ਹਨ। ਜੇ ਕੰਮ ਸੇਵਾ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਉਸ ਨਾਲ ਆਮਦਨ ਵੀ ਹੋਵੇਗੀ ਅਤੇ ਮਨ ਨੂੰ ਸ਼ਾਂਤੀ ਵੀ ਮਿਲੇਗੀ। ਸੰਸਾਰ ਵਿੱਚ ਜੋ ਕੁਝ ਵੀ ਚੰਗਾ ਹੈ ਅਤੇ ਜਿਤਨੀ ਵੀ ਖੁਸ਼ੀ ਹੈ, ਉਹ ਦੂਜਿਆਂ ਵੱਲੋਂ ਰੱਖੇ ਧਿਆਨ, ਕੀਤੀਆਂ ਕੁਰਬਾਨੀਆਂ ਅਤੇ ਦਿੱਤੇ ਸਹਿਯੋਗ ਦਾ ਸਿੱਟਾ ਹੈ। ਅਤੇ ਸੰਸਾਰ ਵਿੱਚ ਜਿਤਨਾ ਦੁੱਖ ਹੈ, ਉਹ ਸੇਵਾ ਸਹਾਇਤਾ ਦੀ ਅਣਹੋਂਦ ਵਿੱਚੋਂ ਉਪਜੇ ਸੁਆਰਥ ਕਾਰਨ ਹੈ। ਸੇਵਾ, ਸਹਿਯੋਗ ਅਤੇ ਸਹਾਇਤਾ ਖੁਸ਼ਹਾਲੀ ਦੇ ਸੰਦੇਸ਼ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।